ਮਿੰਟੂ ਜੀ, ਕੱਲ ਤੋਂ ਹੀ ਖਬਰਾਂ ਇਹ ਆ ਰਹੀਆਂ ਸੀ ਕਿ ਜਿਹੜੇ ਇੱਕ ਬੜੇ ਮਸ਼ਹੂਰ ਪੱਤਰਕਾਰ ਜਿਨ੍ਹਾਂ ਨੂੰ ਅਰੈਸਟ ਕਰ ਲਿਆ ਗਿਆ ਸੀ ਤੇ ਫਿਰ ਕਾਫੀ ਜ਼ਿਆਦਾ ਇਸ ਗੱਲ ਨੂੰ ਲੈ ਕੇ ਬੈਕਲੈਸ਼ ਹੋਇਆ ਤੇ ਸੁਖਨੈਬ ਸਿੱਧੂ ਨੂੰ ਹੁਣ ਰਿਹਾ ਕਰ ਦਿੱਤਾ ਗਿਆ ਜੀ। ਕੀ ਅਪਡੇਟ ਆ ਜੀ? ਬਿਲਕੁਲ, ਇਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਤੇ ਰਿਹਾ ਵੀ ਉਸ ਵੇਲੇ ਕੀਤਾ ਗਿਆ ਜਦੋਂ ਲੋਕਾਂ ਦਾ ਪ੍ਰੈਸ਼ਰ ਬਣ ਗਿਆ। ਦਰਅਸਲ ਕੀ ਹੈ ਕਿ ਇਹਨਾਂ ਨੇ FIR ਹਿਸਾਬ ਲਾ ਲਓ ਕਿ ਅਪਲੋਡ ਹੀ ਨਹੀਂ ਕੀਤੀ, ਜਿਹੜੀ ਕਿ ਆਮ ਤੌਰ ਤੇ ਕਰਦੇ ਆ। ਇਸ ਤੋਂ ਬਾਅਦ ਫਿਰ ਜਦੋਂ FIR ਬਾਹਰ ਆਈ ਉਦੋਂ ਨੂੰ ਕਹਿੰਦੇ ਕਿ ਜੀ ਇਹਨਾਂ ਨੂੰ ਰਿਹਾ ਕੀਤਾ ਜਾ ਰਿਹਾ। ਦਰਅਸਲ ਕੀ ਹੈ ਕਿ ਦੇਖੋ, ਇੱਕ ਪਰਦੇ ਦੇ ਪਿੱਛੇ ਦੀ ਕਹਾਣੀ ਹੁੰਦੀ ਹੈ, ਕਿਉਂਕਿ ਜਿਹੜੀ FIR ਹੱਥ ਲੱਗੀ, ਜਿੰਨਾ ਕੋਈ ਹਿੱਸਾ ਹੱਥ ਲੱਗਾ, ਤਾਂ ਉਹ ਇੱਕ ਪੋਸਟ ਸੀ। ਤੁਹਾਨੂੰ ਯਾਦ ਹੋਏਗਾ ਪਿਛਲੇ ਦਿਨੀ ਅਮਰੀਕਾ ਦੇ ਸ਼ਾਇਦ ਇੱਕ ਗੁਰੂ ਘਰ ਦੇ ਵਿੱਚ ਇੱਕ ਕਾਲ ਦਿੱਤੀ ਗਈ ਸੀ ਇੱਕ ਵਿਅਕਤੀ ਬੰਨਿਓ ਕਿ ਬਈ ਇੱਥੇ CM ਦੇ ਬੱਚੇ ਰਹਿੰਦੇ ਨੇ ਤਾਂ ਉਹਨਾਂ ਦਾ ਘਰਾਓ ਵਗੈਰਾ ਜਾਂ ਬਾਈਕਾਟ ਵਗੈਰਾ ਦੀ ਕੋਈ ਕਾਲ ਸੀਗੀ, ਤਾਂ ਉਹ ਕੰਟੈਂਟ ਸ਼ੇਅਰ ਕੀਤਾ ਗਿਆ ਸੀਗਾ ਕਿਸੇ ਦੁਰਭਾਵਨਾ ਦੇ ਨਾਲ ਨਹੀਂ, ਬਲਕਿ ਇਹ ਸੁਖਨੈਬ ਸਿੰਘ ਉਹਨਾਂ ਵਿਅਕਤੀਆਂ ਚੋਂ ਸੀ ਜੋ CM ਦੇ ਬੱਚਿਆਂ ਦੇ ਹੱਕ 'ਚ ਖਲੋਤੇ ਸਨ। ਤਾਂ ਇਸੇ ਹੀ ਪੋਸਟ ਦੇ ਆਧਾਰ ਤੇ, ਕਿਉਂਕਿ FIR ਦੇ ਵਿੱਚ ਪੜ੍ਹਿਆ ਗਿਆ, ਤਾਂ FIR ਇਸੇ ਹੀ ਆਧਾਰ ਤੇ ਕੱਟ ਦਿੱਤੀ ਗਈ ਕਿ ਇਸਨੇ ਇਹ ਕੰਟੈਂਟ ਜਿਹੜਾ ਉਹ ਅੱਗੇ ਸ਼ੇਅਰ ਕੀਤਾ ਹੈ। ਉਹ ਇਸ ਤਰ੍ਹਾਂ ਦੀਆਂ ਧਾਰਾ ਸੀਗੀਆਂ ਜਿਹਦੇ ਵਿੱਚ ਜ਼ਮਾਨਤ ਨਹੀਂ ਹੈ, ਗੈਰ ਜ਼ਮਾਨਤੀ ਧਾਰਾਵਾਂ ਨੇ ਕਿ ਦੋ ਫਿਰਕਿਆਂ ਦੇ ਵਿੱਚ ਫਸਾਦ ਖੜਾ ਕਰਨ ਦਾ ਯਤਨ ਕਰਨਾ। ਤਾਂ ਇਹ ਬਹੁਤ ਵੱਡਾ ਆਫੈਂਸ ਹੈ। 5 ਸਾਲ ਤੱਕ ਦੀ 3 ਤੋਂ ਲੈ ਕੇ 5 ਸਾਲ ਤੱਕ ਦੀ ਕੈਦ ਹੈ ਇਹਨਾਂ ਧਾਰਾਵਾਂ ਦੇ ਵਿੱਚ। ਤਾਂ ਫਿਰ ਜਦੋਂ ਪਤਾ ਲੱਗਿਆ ਤਾਂ ਲੋਕਾਂ ਨੇ ਬਈ ਉਹ ਤੁਹਾਨੂੰ ਪਤਾ ਹੀ ਹੈ ਜੋ ਹਾਲ ਕੀਤਾ ਸਰਕਾਰ ਦਾ। ਤਾਂ ਕੁਛ ਮੈਂ ਜਿਵੇਂ ਕਿਹਾ ਕਿ ਜਿਨ੍ਹਾਂ ਦੇ ਹੱਕ ਦੇ ਵਿੱਚ ਖਲੋਤਾ ਸੀ, ਸ਼ਾਇਦ ਇਹ ਆ ਕਿ ਕੁਛ ਨਾ ਕੁਛ ਬੈਕਡੋਰ ਵੀ ਹੋਇਆ, ਬੈਕਡੋਰ ਤੋਂ ਵੀ ਹੋਇਆ, ਪ੍ਰੈਸ਼ਰ ਬਣਿਆ, ਇੱਥੋਂ ਵੀ ਬਣਿਆ। ਤਾਂ ਅੱਜ ਇਹਨਾਂ ਨੇ ਇੱਕ ਵਾਰੀ ਫੇਰ ਇਸ ਗੱਲ ਦਾ ਸਬੂਤ ਦਿੱਤਾ ਕਿ ਇਹਨਾਂ ਵਾਸਤੇ FIR ਜਿਹੜਾ ਹੈ ਨਾ ਉਹ ਬੱਚੇ ਦਾ ਖਿਲੌਣਾ ਹੈ। ਜਿਵੇਂ ਬੱਚੇ ਨੂੰ ਖਿਡੌਣਾ ਲੈ ਕੇ ਦੇ ਦਿੱਤਾ, ਉਹ ਟੁੱਟ ਗਿਆ, ਫੈਵੀਕੋਲ ਨਾਲ ਜੋੜ ਦਿੱਤਾ, ਫੈਵੀਕਲ ਨਾਲ ਜੁੜ ਗਿਆ ਤੇ 4 ਦਿਨ ਤੁਰ ਗਿਆ, ਫੇਰ ਟੁੱਟ ਗਿਆ, ਫੇਰ ਕਿਸੇ ਗਾਂ ਹੋਰ ਬੱਚੇ ਨੂੰ ਫੜਾ ਦਿੱਤਾ, ਆਏਗਾ ਇਹਨੂੰ ਪੁੱਤ ਤੂੰ ਲੈ ਜਾ। ਦੇਖੋ ਲੱਖੇ ਸਿਧਾਣੇ ਤੇ FIR ਦਰਜ ਕਰਦੇ ਆ ਜੀ, ਉਹ ਕੱਠ ਮਾਰਦਾ, FIR ਪੁੱਠੀ। ਇਹਨਾਂ ਦੇ ਜੇਲ੍ਹ ਦੇ ਵਿੱਚ ਗੈਂਗਵਾਰ ਹੋ ਜਾਂਦਾ ਹੈ, ਗੈਂਗਵਾਰ ਦੇ ਵਿੱਚ 2 ਗੈਂਗਸਟਰ ਮਰ ਜਾਂਦੇ ਨੇ। ਇਹ ਚੱਕ ਕੇ ਆਪਣੇ ਹੀ ਮੁਲਾਜ਼ਮਾਂ ਤੇ FIR ਕੱਟ ਦਿੰਦੇ ਨੇ, FIR ਰੱਦ ਕਰ ਦਿੰਦੀ ਹੈ ਕੋਰਟ। ਇਹ ਫੇਰ FIR ਦਰਜ ਕਰਦੇ ਨੇ, ਉਹੀ FIR ਫੇਰ ਇਹਨਾਂ ਦਾ SHO ਰੱਦ ਕਰਵਾਉਂਦਾ ਹੈ। ਤਾਂ ਇਸ ਵਾਰੀ ਕੀ ਹੋਇਆ ਕਿ ਇਹਨਾਂ ਨੇ FIR ਹਾਲ ਦੀ ਘੜੀ ਕੈਂਸਲ ਤਾਂ ਨਹੀਂ ਕੀਤੀ, ਪਰ CRPC ਦੀ ਇੱਕ ਧਾਰਾ ਹੁੰਦੀ ਹੈ, ਉਹਦਾ ਇਸਤੇਮਾਲ ਕਰਕੇ, ਉਹਦੀ ਤਾਕਤ ਦੀ ਵਰਤੋਂ ਕਰਦਿਆਂ ਇਹਨਾਂ ਨੇ ਕਿਹਾ ਜੀ ਕਿ ਅਸੀਂ ਸਾਰਾ ਰਿਕਾਰਡ ਛਾਣਿਆ ਵਾਣਿਆ, ਕੁਛ ਵੀ ਐਸਾ ਨਹੀਂ ਮਿਲਿਆ ਜੀ। ਤਾਂ ਨਾਲੇ ਤਾਂ ਉਹ ਕੇਸ ਸਟੈਂਡ ਰੱਖ ਲਿਆ ਕਿ ਕੱਲ ਨੂੰ ਜਾ ਕੇ ਮੀਡੀਆ 'ਚ ਖੁੱਲ ਕੇ ਬੋਲੇਗਾ ਨਹੀਂ, ਤੇ ਨਾਲੇ ਦੂਸਰੇ ਪਾਸੇ ਲੋਕਾਂ ਤੋਂ ਬਚਣ ਵਾਸਤੇ ਰਿਲੀਜ਼ ਕਰ ਦਿੱਤਾ। ਕਹਾਣੀ ਇਹ ਹੈ ਅਸਲ ਦੇ ਵਿੱਚ। ਪਰ ਇਹ ਜਿਸ ਤਰ੍ਹਾਂ ਦੀ ਕਾਰਵਾਈ ਹੋਈ ਆ, ਗੱਲ ਇਹ ਨਹੀਂ ਕਿ ਕੋਈ ਪੱਤਰਕਾਰ ਹੈ ਵਿਜੇ ਜੀ, ਗੱਲ ਇਹ ਆ ਕਿ ਜਿਸ ਤਰ੍ਹਾਂ ਘਰ ਤੋਂ ਲਿਆਂਦਾ ਗਿਆ, ਤੁਸੀਂ ਕੋਈ ਵਕੀਲ ਵੀ ਨਹੀਂ ਉਹਨੂੰ ਲੈਣ ਦਿੱਤਾ, ਤੁਸੀਂ ਮੈਜਿਸਟ੍ਰੇਟ ਦੇ ਘਰੇ ਪੇਸ਼ ਕੀਤਾ, FIR ਦੀ ਕਾਪੀ ਤੁਸੀਂ ਬਾਹਰ ਨਹੀਂ ਆਉਣ ਦਿੱਤੀ। ਇਹ ਜੋ ਬੁਨਿਆਦੀ ਅਧਿਕਾਰ ਨੇ ਕਿਸੇ ਵੀ ਅਕਿਊਜ਼ ਦੇ, ਕਿਸੇ ਵੀ ਦੋਸ਼ੀ ਦੇ ਜਿਹੜੇ ਬੁਨਿਆਦੀ ਅਧਿਕਾਰ ਨੇ, ਤੁਸੀਂ ਉਹਨਾਂ ਦਾ ਉਲੰਘਣ ਕੀਤਾ ਹੈ ਜੀ। ਮੈਂ ਤਾਂ ਅਪੀਲ ਕਰਾਂਗਾ ਸੁਖਨੈਬ ਸਿੰਘ ਸਿੱਧੂ ਹੋਰਾਂ ਨੂੰ ਕਿ ਇਹਨਾਂ ਤੇ ਜੋ ਵੀ ਕਾਰਵਾਈ ਬਣਦੀ ਹੈ ਕਰਨੀ ਚਾਹੀਦੀ ਹੈ, ਤਾਂ ਕਿ ਇਹਨਾਂ ਨੂੰ ਥੋੜੇ ਜਿਹੇ ਹੱਥ ਲੱਗ ਜਾਣ। ਪਰ ਉਹਨਾਂ ਨੇ, ਮੈਂ ਜਿਵੇਂ ਕਿਹਾ ਕਿ ਇੱਕ ਘੁੰਡੀ ਰੱਖ ਲਈ ਕਿ ਕੇਸ ਜਿਉਂਦਾ ਤਿਉਂ ਬੰਦਾ ਰਿਲੀਜ਼ ਕਰ ਦਿੱਤਾ। ਤੇ ਮਿੰਟੂ ਜੀ, ਆਮ ਆਦਮੀ ਪਾਰਟੀ ਨੇ ਵੀ ਆਪਣਾ ਉਮੀਦਵਾਰ ਐਲਾਨ ਕਰ ਦਿੱਤਾ। ਇਹ ਜਲੰਧਰ ਵਾਸਤੇ ਐਲਾਨ ਹੋਇਆ ਕਿ ਇਹਨਾਂ ਨੇ ਕਰਤਾ ਸੀ ਆਲਰੇਡੀ ਪਹਿਲਾਂ? ਨਹੀਂ, ਆਮ ਆਦਮੀ ਪਾਰਟੀ ਵਾਲਿਆਂ ਨੇ ਉਮੀਦਵਾਰ ਪਹਿਲਾਂ ਬਣਾਇਆ ਸੀਗਾ, ਲਿਆਂਦਾ ਸੀਗਾ। ਰਾਈਟ। ਫਿਰ ਵੇਖੋ ਕਮਾਲ ਦੀਆਂ ਗੱਲਾਂ ਨੇ, ਕਹਿੰਦੇ ਜੀ ਆਪਾਂ ਸਰਵੇ ਕਰਾਉਣਾ। ਕੱਲ ਸ਼ਾਮੀ ਕਹਿਣ ਡਏ ਸੀ ਜਦੋਂ ਸੂਰਜ ਡੁੱਬ ਰਿਹਾ ਸੀਗਾ PC ਕਰਕੇ, ਜਦੋਂ ਰਿੰਕੂ ਨੂੰ ਸ਼ਾਮਲ ਕਰ ਰਹੇ ਸੀਗੇ, ਕਹਿੰਦੇ ਕਿ ਆਪਾਂ ਸਰਵੇ ਕਰਾਵਾਂਗੇ, ਜਿਹੜਾ ਸਰਵੇ 'ਚ ਅਵਲ ਚਲਾ ਗਿਆ ਤੇ ਅਸੀਂ ਉਹਨੂੰ ਉਮੀਦਵਾਰ ਡਿਕਲੇਅਰ ਕਰ ਦੇਣਾ। ਵੇਖੋ ਰਾਤੋਂ ਰਾਤ ਲਾਈਨਾਂ ਖੁੱਲੀਆਂ, ਕੌਣ ਬਣੇਗਾ ਕਰੋੜਪਤੀ, ਲਾਈਨਾਂ ਖੋਲੀ ਜਾ ਰਹੀ ਹੈ। ਬਸ ਉਹ ਲਾਈਨਾਂ ਖੋਲ ਦਿੱਤੀਆਂ, ਉਹਦੇ ਬਾਅਦ ਫਿਰ ਵੇਖ ਲਓ ਕਿ ਧੜਾ ਧੜ ਮੈਸੇਜ ਆਏ ਹੋਣੇ ਆ, ਫਿਰ ਕਾਊਂਟਿੰਗ ਹੋ ਗਈ। ਫਿਰ ਰਿੰਕੂ ਜੀ ਕੱਲ ਆ ਕੇ ਅੱਜ ਉਹ ਸਾਰੀ ਕਾਊਂਟਿੰਗ ਦੇ ਵਿੱਚੋਂ ਜਿੱਤ ਪ੍ਰਾਪਤ ਕਰ ਗਏ। ਮੈਂ ਕਿਹਾ ਕਿ ਛੋਟਾ ਜਿਹਾ ਸਰਵੇ ਜਦੋਂ ਕਿਸੇ ਨੂੰ ਇੰਪੋਰਟ ਕਰਨਾ ਹੁੰਦਾ ਦੂਸਰੀ ਪਾਰਟੀ 'ਚ, ਉਦੋਂ ਵੀ ਕਰਵਾ ਲਿਆ ਕਰੋ ਜੀ। ਜਦੋਂ ਕੋਈ ਇਸ ਤਰ੍ਹਾਂ ਨਜਾਇਜ਼ ਚੁੱਕਣਾ ਹੁੰਦਾ ਹੈ, ਉਦੋਂ ਵੀ ਇੱਕ ਸਰਵੇ ਕਰਾ ਲਿਆ ਕਰੋ। ਜੇ ਸਰਵੇ ਨਾ ਹੋਏ ਤੇ ਖਰਵੇ ਹੋ ਗਿਆ। ਖੈਰ ਦੇਖੋ, ਰਿੰਕੂ ਦੀ ਸਾਰੀ ਫੀਲਡਿੰਗ ਸੈੱਟ ਹੋਈ ਸੀਗੀ, ਮਤਲਬ ਇਹਨਾਂ ਦਾ ਰਾਜ ਸਭਾ ਦਾ ਮੈਂਬਰ ਹੈ ਜਿਹੜਾ ਜਲੰਧਰ ਤੋਂ,
ਸਾਰਾ ਉਹਦਾ ਰੋਲ ਸੀਗਾ ਵਿੱਚ। ਪਹਿਲਾਂ ਇਹਨਾਂ ਨੇ ਕਰੀਮਪੁਰੀ ਸਾਹਿਬ ਜਾਂ ਕੁਝ ਹੋਰ ਲੀਡਰ ਇਸ ਤਰ੍ਹਾਂ ਦੇ ਸੀਗੇ, ਉਹ ਟੋਲੇ ਕਿ ਬਈ ਕਿਵੇਂ ਕੀ ਬਣੂਗਾ, ਉਹਨਾਂ ਦਾ ਵਜ਼ਨ ਤੋਲਿਆ, ਸਰਵੇ ਵਗੈਰਾ ਕਰਾਏ, ਉਹਨਾਂ ਸਾਰੇ ਸਰਵਿਆਂ ਦੇ ਆਧਾਰ ਤੇ ਕਿਹਾ ਕਿ ਰਿੰਕੂ ਠੀਕ ਠਾਕ ਹੈ। ਤਾਂ ਹੁਣ ਪੇਚ ਫਸ ਗਿਆ, ਉਹ ਜਿਵੇਂ ਕਹਿੰਦੇ ਹੁੰਦੇ ਨਾ ਉਸਤਾਦ ਤੇ ਚੇਲੇ, ਉਸਤਾਦ ਤੇ ਚੇਲੇ ਦਾ ਫਸ ਗਿਆ, ਕਿਉਂਕਿ ਰਾਣਾ ਗੁਰਜੀਤ ਹੱਥ ਉੱਥੇ ਕਾਂਗਰਸ ਦੀ ਚੋਣ ਕਮਾਨ ਆ ਤੇ ਦੂਸਰੇ ਪਾਸੇ ਇਹ ਰਾਣਾ ਗੁਰਜੀਤ ਦਾ ਚੇਲਾ ਹੈ ਜੀ। ਇਹ ਹੁਣ ਵੇਖੋ ਕਿਹਦੀ ਪਿੱਠ ਲੱਗਦੀ ਆ। ਪਰ ਅੱਜ ਇੱਕ ਚਰਚਾ ਹੋਰ ਵੀ ਚੱਲ ਪਈ ਵਿਜੇ ਜੀ ਕਿ ਇੱਕ ਹੋਰ ਕਾਂਗਰਸੀ ਭਾਜਪਾ 'ਚ ਜਾ ਰਿਹਾ। ਮੈਂ ਕਿਹਾ ਲਓ ਜੀ ਸਾਰੇ ਕਾਂਗਰਸੀ ਲੜਨਗੇ ਆਪਸ ਦੇ ਵਿੱਚ, ਪਰ ਫਿਰ ਬਾਅਦ ਦੇ ਵਿੱਚ ਖੰਡਨ ਹੋ ਗਿਆ। ਚੰਨੀ ਜੀ ਦੀ ਚਰਚਾ ਸੀਗੀ, ਕਹਿੰਦੇ ਕਿ ਨਹੀਂ ਨਹੀਂ ਯਾਰ ਕਿਆ ਗੱਲ ਕਰਤੀ, ਮੈਂ ਥੋੜੀ ਜਾਊਂਗਾ ਕਿਤੇ। ਤਾਂ ਇਸ ਤਰ੍ਹਾਂ ਦੀ ਚਰਚਾ ਵੀ ਚੱਲ ਰਹੀ ਕਿ ਬਈ ਭਾਜਪਾ ਜਿਹੜੀ ਆ ਉਹ ਵੀ ਕੋਈ ਇਸ ਤਰ੍ਹਾਂ ਇੰਪੋਰਟ ਕਰ ਸਕਦੀ ਹੈ। ਤਾਂ ਕਾਂਗਰਸ ਇਸ ਵੇਲੇ ਇੱਕ ਤਰ੍ਹਾਂ ਨਾਲ ਪੂਰੀ ਚਰਚਾ ਦੇ ਵਿੱਚ ਆ। ਪਰ ਕਾਂਗਰਸੀਆਂ ਨੇ ਵੀ ਅੱਜ ਤੰਜ਼ ਕੱਸਿਆ ਹਲਕਾ ਜਿਹਾ, ਕਹਿੰਦੇ ਕਿ ਵੇਖੋ ਚੇਅਰਮੈਨ ਫਲਾਣੇ, ਵਲੰਟੀਅਰ ਫਲਾਣੇ, ਇੰਨਾ ਕੁਛ ਤੁਹਾਡੇ ਕੋਲ 92 ਵਿਧਾਇਕ ਤੇ ਇੱਕ ਵਲੰਟੀਅਰ ਨਹੀਂ ਮਿਲਿਆ ਤੁਹਾਨੂੰ ਜਲੰਧਰ ਜ਼ਿਮਨੀ ਚੋਣ ਵਾਸਤੇ। ਖੈਰ ਇਹ ਕਹਿੰਦੇ ਕਿ ਨਹੀਂ ਨਹੀਂ ਗੱਲ ਨਹੀਂ ਹੈ, ਸਾਡੇ ਕੋਲ ਬਹੁਤ ਕਾਬਲ ਆ, ਪਰ ਹੀਰੇ ਅਸੀਂ ਚੁਣਦੇ ਰਹਿੰਦੇ ਹਾਂ। ਦੂਜੀਆਂ ਖਾਨਾਂ ਚੋਂ, ਅਗਾਨੀਆਂ ਖਾਨਾਂ ਚੋਂ ਹੀਰੇ ਚੁਣਨ ਦਾ ਸ਼ੌਂਕ ਹੈ, ਸੋ ਕਹਿੰਦੇ ਕਿ ਚੁਣ ਲਿਆ ਬਈ ਆਪਾਂ ਜੀ। ਮਿੰਟੂ ਜੀ, ਸਿਮਰਨਜੀਤ ਸਿੰਘ ਮਾਨ ਨੇ ਆਪਣੀਆਂ ਚਿੱਠੀਆਂ ਬਾਰੇ ਕੁਝ ਖੁਲਾਸਾ ਕੀਤਾ। ਕਿਹੜੀਆਂ ਚਿੱਠੀਆਂ ਨੇ ਤੇ ਕੀ ਕਹਿ ਰਹੇ ਨੇ ਸਿਮਰਨਜੀਤ ਸਿੰਘ ਮਾਨ ਇਹਨਾਂ ਚਿੱਠੀਆਂ ਬਾਰੇ? ਦੇਖੋ ਇਹ ਉਹੀ ਚਿੱਠੀਆਂ ਨੇ ਜਿਨ੍ਹਾਂ ਦੀ ਚਰਚਾ ਅਕਸਰ ਵਿਰੋਧੀ ਕਰਿਆ ਕਰਦੇ ਸੀਗੇ। ਤਾਂ ਹੁਣ ਇਹਨਾਂ ਨੇ ਕੋਈ ਇੰਟਰਵਿਊ ਦਿੱਤੀ ਸੀਗੀ ਬੀਤੇ ਦਿਨ ਕਿਸੇ ਵੈਬ ਚੈਨਲ ਨੂੰ, ਤਾਂ ਉਹਦੇ ਵਿੱਚ ਇਹਨਾਂ ਨੇ ਆਪ ਹੀ ਕਹਿ ਦਿੱਤਾ ਕਿ ਦੇਖੋ ਬਈ ਅਸੀਂ ਦਿੰਨੇ ਆ ਚਿੱਠੀਆਂ। ਚਿੱਠੀਆਂ ਬਤੌਰ ਤੁਹਾਨੂੰ ਪਤਾ ਹੈ ਸਾਬਕਾ ਮੈਂਬਰ ਪਾਰਲੀਮੈਂਟ ਜਾਂ ਤਾਂ ਹੁਣ ਮੌਜੂਦਾ ਮੈਂਬਰ ਪਾਰਲੀਮੈਂਟ ਆ, ਉਦੋਂ ਕਿਹੜਾ ਬੰਦ ਹੋਈਆਂ ਹੋਣਗੀਆਂ। ਇਹ ਕਹਿੰਦੇ ਆ ਕਿ ਵੇਖੋ ਸਿਆਸੀ ਪਨਾਹ ਵਾਸਤੇ ਅਸੀਂ ਚਿੱਠੀ ਦਿੰਨੇ ਆ, ਬਦਲੇ 'ਚ ਕੋਈ 30-35 ਹਜ਼ਾਰ ਲੈਨੇ ਆ। ਦੂਸਰੀਆਂ ਪਾਰਟੀਆਂ ਕਿਹੜਾ ਪੈਸਾ ਨਹੀਂ ਕਮਾਉਂਦੀਆਂ ਬਾਈ ਜੀ, ਅਸੀਂ ਵੀ ਤਾਂ ਪਾਰਟੀ ਚਲਾਉਣੀ ਆ। ਮਤਲਬ ਕਿ ਸਿਮਰਨਜੀਤ ਸਿੰਘ ਮਾਨ ਸਿੱਧੇ ਹੀ ਉਹ ਨਿਕਲੇ ਆ ਕਿ ਜਿਹੜੀ ਚਰਚਾ ਅੱਗੇ ਚੱਲਦੀ ਹੁੰਦੀ ਸੀ, ਆਪਾਂ ਦੇਖਿਆ ਨਾ ਕਿਸੇ ਟਾਕ ਸ਼ੋਅ ਦੇ ਵਿੱਚ ਆ ਕੇ ਕਿਸੇ ਨੇ ਉਧਰੋਂ ਤਰਕ ਦੇ ਦਿੱਤਾ ਹੋਵੇ, ਤਰਕ ਹੋ ਜਾਂਦਾ ਇਹਨਾਂ ਚੀਜ਼ਾਂ ਤੇ, ਉਹ ਚਰਚਾ ਚੱਲਦੀ ਹੁੰਦੀ ਸੀਗੀ। ਪਰੰਤੂ ਇਹ ਗੱਲ ਇਹਨਾਂ ਨੇ ਸਾਫ਼ ਹੀ ਕਹਿ ਦਿੱਤੀ ਤੇ ਹੁਣ ਅੱਜ ਅਖਬਾਰਾਂ ਦੇ ਵਿੱਚ ਵੀ ਛਪੀ ਪਈ ਆ ਕਿ ਇਹਨਾਂ ਨੇ ਆਪ ਹੀ ਇਕਬਾਲ ਕੀਤਾ ਕਿ ਕਿਸ ਤਰ੍ਹਾਂ ਅਸੀਂ ਇਹ ਚਿੱਠੀ ਦਿੰਦੇ ਆ। ਪਰ ਉਸ ਤੋਂ ਬਾਅਦ ਦੱਸਦੇ ਆ ਕਿ ਕੁਝ ਏਜੰਸੀਆਂ ਜਿਹੜੀਆਂ ਨੇ ਉਹ ਵੀ ਹੁਣ ਵੇਖ ਰਹੀਆਂ ਨੇ ਜੀ ਕਿ ਬਈ ਚਿੱਠੀਆਂ ਹਾਲ ਦੇ ਦਿਨਾਂ 'ਚ ਕਿੱਧਰ ਗਈਆਂ ਨੇ। ਤਾਂ ਇਹ ਹੈ ਕਿ ਕੁਝ ਏਜੰਸੀਆਂ ਦੀ ਹਿਲਜੁਲ ਹੋ ਸਕਦੀ ਹੈ ਤੇ ਕਾਫੀ ਚਰਚਾ ਹੈ ਇਸ ਵੇਲੇ ਆਪਣੀ ਪੰਜਾਬ ਦੇ ਵਿੱਚ। ਤਾਂ ਇਹ ਆਪਣੇ ਆਪ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵਿਰੋਧੀਆਂ ਨੂੰ ਇਹਨਾਂ ਨੇ ਇੱਕ ਹੋਰ ਹਥਿਆਰ ਦੇ ਦਿੱਤਾ। ਜਿਹੜੀ ਅਕਸਰ ਚਰਚਾ ਹੁੰਦੀ ਸੀ, ਇਹਨਾਂ ਨੇ ਖੁੱਲ ਕੇ ਕਹਿ ਦਿੱਤਾ ਕਿ ਹਾਂ ਬਈ ਦੂਸਰੀਆਂ ਪਾਰਟੀਆਂ ਵੀ ਧਨ ਇਕੱਠਾ ਕਰਦੀਆਂ ਤੇ ਸਾਨੂੰ ਕੀ ਹੋਇਆ, ਅਸੀਂ ਵੀ ਕਰ ਲੈਂਦੇ ਹਾਂ। ਮਿੰਟੂ, ਜਿਹੜੇ ਸਾਬਕਾ ADGP ਨੇ ਨਵੇਂ ਗਾਉਂ ਜਿਹੜਾ ਹੁੰਦਾ ਫਾਰਮ ਹਾਊਸ ਆ, ਉੱਥੇ ਛਾਪਾ ਵਗੈਰਾ ਮਾਰਿਆ ਗਿਆ, ਕੀ ਗੱਲਾਂ ਸਾਹਮਣੇ ਆਈਆਂ ਨੇ ਜੀ? ਦੇਖੋ ਇਹਨਾਂ ਦੇ ਫਾਰਮ ਹਾਊਸ ਬੜੇ ਨੇ, ਇਹ ਜਿਹੜੇ ਵੀ ਵੱਡੇ ਅਧਿਕਾਰੀ ਹੋ ਜਾਂਦੇ, ਵੱਡੇ ਨੇਤਾ ਹੋ ਜਾਂਦੇ ਆ, ਇਹਨਾਂ ਦੇ ਫਾਰਮ ਹਾਊਸ ਤੁਹਾਨੂੰ ਜ਼ਰੂਰ ਮਿਲਣਗੇ ਤੇ ਮਿਲਣਗੇ ਵੀ ਜ਼ਿਆਦਾਤਰ ਮੋਹਾਲੀ ਆਊਟਰ ਏਰੀਆ, ਚੰਡੀਗੜ੍ਹ ਆਊਟਰ ਏਰੀਆ, ਇਸ ਇਲਾਕੇ ਦੇ ਵਿੱਚ ਕਈਆਂ ਨੇ ਤੇ ਪਰ ਬਾਰਡਰ ਦੇ ਕੋਲ ਵੀ ਬਣਾਏ ਹੋਏ ਸੀਗੇ। ਕੋਈ SP ਫੜਿਆ ਗਿਆ ਸੀਗਾ ਨਾ, ਯਾਦ ਹੋਣਾ ਤੁਹਾਨੂੰ, ਉਹ ਹਮਲਾ ਹੋਇਆ ਸੀਗਾ, ਅੱਤਵਾਦੀ ਹਮਲਾ ਹੋਇਆ ਸੀਗਾ ਤਾਂ ਉਸਦੇ ਦੋਸ਼ ਹੇਠ ਉਹਦਾ ਵੀ ਫਾਰਮ ਹਾਊਸ ਕਹਿੰਦੇ ਇੱਕ ਪਰੇ ਹੈਗਾ ਸੀਗਾ ਬਾਰਡਰ ਦੇ ਨੇੜੇ। ਫਿਰ ਪਤਾ ਲੱਗਾ ਉਹਦਾ ਇੱਕ ਕਰੀਬੀ ਬੇਲੀ ਆ ਸਿਆਸਤਦਾਨ, ਉਹਦਾ ਵੀ ਉੱਥੇ ਬਣਿਆ ਹੋਇਆ, ਬਹਿੰਦੇ ਉੱਠਦੇ ਨੇ। ਤਾਂ ਇਹ ਫਾਰਮ ਹਾਊਸ ਵਾਲੀ ਆਦਤ ਇਹਨਾਂ ਨੂੰ ਪਈ ਆ। ਤਾਂ ਖੈਰ ਇਹ ADGP ਦਾ ਜਿਹੜਾ ਫਾਰਮ ਹਾਊਸ ਆ ਇਸ ਵੇਲੇ ਖੂਬ ਸੁਰਖੀਆਂ ਬਟੋਰ ਰਿਹਾ, ਇਹਦੀ ਪੈਮਾਇਸ਼ ਕੀਤੀ ਜਾ ਰਹੀ ਆ। ਦਰਅਸਲ ਦੱਸਦੇ ਆ ਕਿ ਨਾ ਸਿਰਫ ਇਹ ਹੁਣ ਰਡਾਰ ਤੇ ਵਿਜੀਲੈਂਸ ਦੇ, ਬਲਕਿ ਇਹਦੇ ਵਿੱਚ ਕੁਝ ਕਮਰਸ਼ਲੀ ਇਸਤੇਮਾਲ ਵੀ ਕੀਤਾ ਜਾ ਰਿਹਾ ਸੀਗਾ। ਉਹ ਵੀ ਇੱਕ ਵਿਵਾਦ ਹੈ। ਵੈਸੇ ਤਾਂ ਇਹ ਜਿਹੜੇ ਸਾਬਕਾ ADGP ਹੈ ਨਾ, ਰਕੇਸ਼ ਚੰਦਰਾ, ਇਹ ਅਸਲ ਦੇ ਵਿੱਚ ਉਹ ਨੇ ਜਿਨ੍ਹਾਂ ਦਾ ਇੱਕ ਵਾਰੀ ਇੱਕ ਕਾਫੀ ਚਰਚਾ ਚੱਲਿਆ ਸੀਗਾ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਇਹਨਾਂ ਨੂੰ ਮਤਲਬ ਕਿ ਕੇਂਦਰ ਤੋਂ ਜਦੋਂ ਪੰਜਾਬ ਲੈਂਦਾ ਗਿਆ ਸੀ ਤਾਂ ਉਸ ਸਮੇਂ ਇਹਨਾਂ ਤੇ ਦੋਸ਼ ਲੱਗੇ ਸਨ। ਇਹਨਾਂ ਦੋਸ਼ਾਂ ਦੀ ਪੜਤਾਲ ਦੇ ਲਈ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਨੁਮਾਇੰਦਗੀ ਹੇਠ, ਅਗਵਾਈ ਹੇਠ ਇੱਕ ਕਮੇਟੀ ਬਣਾਈ ਗਈ ਸੀ ਬਕਾਇਦਾ। ਹਿਸਾਬ ਲਾ ਲਓ, ਮਤਲਬ ਕਿ ਚਰਚਾਵਾਂ ਤੇ ਜਿਹੜੀਆਂ ਨੇ ਉਹ ਪਹਿਲਾਂ ਹੀ ਨਾਲ ਚੱਲਦੀਆਂ ਸੀਗੀਆਂ। ਤਾਂ ਹੁਣ ਇਹ ਬਹੁਤ ਵੱਡਾ ਫਾਰਮ ਹਾਊਸ ਆ ਨਇਆ ਗਾਂ,
ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਹਰਿਆਣਾ ਦੀ ਹੱਦ ਤੇ ਇਹ ਹੈ ਤੇ ਜਿੱਥੇ ਇਹ ਬਹੁਤ ਵੱਡਾ ਫਾਰਮ ਹਾਊਸ ਉਸਾਰਿਆ ਹੋਇਆ, ਇਹਦੀ ਪੈਮਾਇਸ਼ ਚੱਲ ਰਹੀ ਹੈ। ਪਰ ਜਦੋਂ ਪਤਾ ਲੱਗਿਆ ਕਿ ਇੱਥੇ ਕਮਰਸ਼ੀਅਲੀ ਗਤੀਵਿਧੀਆਂ ਵੀ ਹੋ ਰਹੀਆਂ ਸੀ, ਮਤਲਬ ਕਿ ਕਿਰਾਏ ਕਰੋਏ ਤੇ ਦਿੰਦੇ ਹੋਣੇ ਆ ਨਾ, ਤਾਂ ਉਸ ਮਾਮਲੇ ਦੇ ਵਿੱਚ ਵੀ ਚਰਚਾ ਜਿਹੜੀ ਹੈ ਉਹ ਚੱਲ ਰਹੀ ਹੈ ਕਿ ਇੱਥੇ ਕਮਾਈ ਵੀ ਕੀਤੀ ਜਾ ਰਹੀ ਸੀ। ਮਤਲਬ ਕਿ ਗਲਤ ਕਮਾਈ ਦੇ ਨਾਲ ਨਾ ਸਿਰਫ ਫਾਰਮ ਹਾਊਸ ਬਣਿਆ, ਬਲਕਿ ਉਸ ਦੇ ਨਾਲ ਫਿਰ ਕਮਾਈ ਕੀਤੀ ਜਾ ਰਹੀ ਸੀ ਜੀ। ਮਿੰਟੂ ਜੀ, ਇੱਕ ਸਮਾਂ ਸੀ ਜਦੋਂ ਬਾਹਰ ਰਹਿੰਦੇ ਵਿਅਕਤੀ NRIs ਇੱਥੋਂ ਪੈਸੇ ਕਮਾ ਕੇ ਵਾਪਸ ਭੇਜਿਆ ਕਰਦੇ ਸੀ ਤੇ ਬੜੀ ਵੱਡੀ ਗਿਣਤੀ ਦੇ ਵਿੱਚ ਉਹ ਪੈਸਾ ਜਾਂਦਾ ਸੀ, ਅਜੇ ਵੀ ਭੇਜਿਆ ਜਾਂਦਾ। ਪਰ ਹੁਣ ਭਾਰਤ ਤੋਂ, ਪੰਜਾਬ ਤੋਂ ਜ਼ਮੀਨ ਵੇਚ ਕੇ, ਪ੍ਰਾਪਰਟੀ ਵੇਚ ਕੇ ਬਹੁਤ ਵੱਡੀ ਧਨ ਰਾਸ਼ੀ ਬਾਹਰ ਵੀ ਆ ਰਹੀ ਆ। ਸੋ ਹੁਣ ਜਿਹੜਾ ਰਿਵਰਸ ਟ੍ਰੈਂਡ ਹੈਗਾ ਪੈਸੇ ਦਾ, ਉਹ ਵੀ ਸ਼ੁਰੂ ਹੋ ਗਿਆ ਹੋਇਆ। NRI ਨੇ ਇੱਕ ਨੇ ਜ਼ਮੀਨ ਵੇਚੀ ਜੀ, ਤੇ ਉਸ ਤੋਂ ਬਾਅਦ ਫਿਰ ਅਕਾਊਂਟੈਂਟ ਕੋਈ ਇਹੋ ਜਿਹੀ ਖੇਡ ਗਿਆ ਕਿ NRI ਹੱਕਾ ਬੱਕਾ ਰਹਿ ਗਿਆ। ਕੀ ਕਹਾਣੀ ਹੈ ਜੀ ਇਹ? ਦੇਖੋ, ਇਹ ਨਾ ਲੁਧਿਆਣੇ ਜ਼ਿਲ੍ਹੇ ਦੀ ਘਟਨਾ ਹੈ ਤੇ ਬੜੀ ਅੱਖਾਂ ਖੋਲਣ ਵਾਲੀ ਘਟਨਾ ਹੈ। ਇਹਦੇ ਵਿੱਚ ਹੋਇਆ ਕੀ ਹੈ ਕਿ US ਰਹਿੰਦੇ ਇੱਕ ਪਰਿਵਾਰ ਨੇ ਆਪਣੀ ਜਾਇਦਾਦ ਵਿੱਚ ਹੀ, ਜਿਵੇਂ ਕੋਈ ਹੋਏਗਾ ਉਧਰ ਉਹਨਾਂ ਦਾ ਰਿਲੇਟਿਵ, ਤੇ ਉਹਨਾਂ ਨੇ ਸਾਰਾ ਪੈਸਾ ਧੇਲਾ ਜਿਹੜਾ ਸੀਗਾ ਉਹ ਅਕਾਊਂਟ 'ਚ ਪਾ ਦਿੱਤਾ। ਫਿਰ ਬਾਅਦ ਦੇ ਵਿੱਚ ਉਹਨਾਂ ਨੂੰ ਇੱਕ ਨੋਟਿਸ ਸਰਵ ਹੋ ਗਿਆ ਇਨਕਮ ਟੈਕਸ ਦੇ ਮਹਿਕਮੇ ਵੱਲੋਂ। ਇਹ ਭੇਜਿਆ ਗਿਆ ਸੀਗਾ ਕਿ ਇੰਨੀ ਅਮਾਉਂਟ ਜਿਹੜੀ ਆ ਉਹ ਕਿੱਥੋਂ ਆਈ। ਇਹ ਇੱਕ ਨਾਰਮਲ ਪ੍ਰਕਿਰਿਆ, ਕੋਈ ਵੱਡੀ ਨਹੀਂ ਹੈ। ਪਰ ਰੌਲਾ ਇਹ ਆ ਕਿ ਕਈ ਵਾਰ ਕੁਝ ਚੀਜ਼ਾਂ ਸਾਡੇ ਇਸ ਤਰ੍ਹਾਂ ਨਾ ਇੱਕ ਕਹਿ ਲਓ ਧਾਰਨਾ ਦੇ ਤੌਰ ਤੇ ਬੈਠੀਆਂ ਹੁੰਦੀਆਂ ਕਿ ਬਹੁਤ ਗੰਦੇ ਆ ਬਾਈ, ਪਿੱਛੇ ਪੈ ਗਏ ਤੇ ਬਸ, ਮਤਲਬ ਕਿ ਇਸ ਤਰ੍ਹਾਂ ਦਾ ਇੱਕ ਡਰ ਵੀ ਹੁੰਦਾ ਹੈ, ਪਰਸੈਪਸ਼ਨ ਬਣੀ ਹੁੰਦੀ ਹੈ ਉਹਨਾਂ ਚੀਜ਼ਾਂ ਪ੍ਰਤੀ। ਤਾਂ ਉਹ ਟੈਕਸ ਦਾ ਜਦੋਂ ਪੰਗਾ ਪੈਂਦਾ, ਅਸੀਂ ਭੱਜ ਕੇ ਕਿਸੇ ਮਾਹਰ ਕੋਲ ਜਾਂਦੇ, ਐਕਸਪਰਟ ਕੋਲ, ਕਿਉਂਕਿ ਸਾਨੂੰ ਆਪ ਇੰਨੀ ਨੌਲੇਜ ਨਹੀਂ ਹੁੰਦੀ। ਤਾਂ ਉਹ ਜਿਹੜੇ ਉਕਤ ਇਹਨਾਂ ਦੇ ਸੀਗੇ ਉਧਰ ਰਿਲੇਟਿਵ, ਉਹਨਾਂ ਨੇ ਇੱਕ CA ਦੀ ਇਮਦਾਦ ਲਈ, ਤਾਂ ਉਹ ਅੰਕੁਰ ਸਰੀਨ ਹੈ ਕੋਈ, ਤਾਂ ਉੱਥੇ ਉਹਨੇ ਦੱਸਿਆ ਕਿ ਬਈ ਇਹ ਤੇ ਬਹੁਤ ਤੁਹਾਡਾ ਪੰਗਾ ਪੈ ਗਿਆ, ਬੜਾ ਜ਼ਬਰਦਸਤ ਪੰਗਾ ਪੈ ਗਿਆ। ਤੇ ਬਾਅਦ ਦੇ ਵਿੱਚ ਉਹਨੇ 25 ਲੱਖ ਰੁਪਈਆ ਦਾ ਤੋਂ ਲੈ ਲਿਆ ਕਿ ਤੁਹਾਡੀ ਸੈਟਲਮੈਂਟ ਕਰ ਦੇਣਾ। ਉਹ ਡਰ ਗਏ ਹੋਣੇ ਆ ਕਿ US ਵਾਲਿਆਂ ਨੂੰ ਵੀ ਪੰਗਾ ਪੈ ਜਾਊ, ਇੱਧਰਲਿਆਂ ਨੂੰ ਵੀ ਪੰਗਾ ਪੈ ਜਾਊ, ਤਾਂ ਦੱਸਣਾ ਔਖਾ ਹੋ ਜਾਣਾ। ਉਹਨੇ ਇਹਨਾਂ ਡਰਾ ਦਿੱਤਾ। ਤਾਂ 25-26 ਲੱਖ ਰੁਪਈਏ ਦੀ ਇਹ ਫਿਰ ਕਹਿ ਲਓ ਕਿ ਕਿਸੇ ਜ਼ਿਮੀਂਦਾਰ ਪਰਿਵਾਰ ਤੋਂ, ਕਿਸਾਨ ਪਰਿਵਾਰ ਤੋਂ ਇਹ ਮਾਰ ਗਿਆ ਠੱਗੀ। ਉਸ ਤੋਂ ਬਾਅਦ ਫਿਰ ਜਦੋਂ ਉਹਨਾਂ ਨੇ ਜਾ ਕੇ ਪਤਾ ਕੀਤਾ ਇਨਕਮ ਟੈਕਸ ਮਹਿਕਮੇ ਦੇ ਦਫ਼ਤਰ ਦੇ ਵਿੱਚ, ਉਹਨਾਂ ਨੇ ਕਿਹਾ ਕਿ ਤੁਹਾਡਾ ਰਿਪਲਾਈ ਫਾਈਲ ਹੀ ਨਹੀਂ ਹੋਇਆ ਹਾਲੇ ਤੱਕ ਜੀ। ਉਸ ਤੋਂ ਬਾਅਦ ਉਹਨਾਂ ਨੂੰ ਗੇਮ ਸਮਝ ਆਈ, ਤਾਂ ਫਿਰ ਉਹਨਾਂ ਨੇ ਕਿਹਾ, ਕਹਿੰਦੇ ਕਿ ਇਹ ਤਾਂ ਨਾਰਮਲ ਇੱਕ ਨੋਟਿਸ ਸੀ ਯਾਰ, ਅਸੀਂ ਤੁਹਾਨੂੰ ਸਰਵ ਕੀਤਾ, ਤੁਸੀਂ ਦੱਸ ਦਿਓ ਜ਼ਮੀਨ ਵੇਚੀ, ਉਹਦੇ ਡਾਕੂਮੈਂਟ ਲਾ ਦਿਓ, ਬਸ ਗੱਲ ਖਤਮ ਹੈ। ਦੈਟਸ ਇਟ। ਕਿਉਂਕਿ ਤੁਹਾਨੂੰ ਪਤਾ ਖੇਤੀ ਤੇ ਜਾਂ ਖੇਤੀ ਪ੍ਰਾਪਰਟੀ ਤੇ ਕੋਈ ਜ਼ਿਆਦਾ ਪੰਗਾ ਨਹੀਂ ਹੈਗਾ। ਤਾਂ ਫਿਰ ਉਹਨਾਂ ਨੂੰ ਖੇਮ ਸਮਝ ਆਈ। ਉਸ ਤੋਂ ਬਾਅਦ ਜਿਹੜਾ ਇਹ CA ਸੀਗਾ, ਇਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਤਾਂ ਇਹ ਕੰਨ ਖੋਲਣ ਵਾਲੀ ਇਸੇ ਕਰਕੇ ਹੈ ਕਿ ਕਈ ਵਾਰ ਅਸੀਂ ਉਸ ਚੀਜ਼ ਨੂੰ ਬਹੁਤ ਵੱਡਾ ਸਮਝ ਲੈਂਦੇ ਹਾਂ, ਪਰ ਉਹ ਇੱਕ ਨਾਰਮਲ ਪ੍ਰਕਿਰਿਆ ਹੁੰਦੀ ਹੈ ਜਿਹਨੂੰ ਅਸੀਂ ਆਪਣੇ ਪੱਧਰ ਤੇ ਵੀ ਨਜਿੱਠ ਸਕਦੇ, ਕੋਈ ਵੱਡੀ ਗੱਲ ਨਹੀਂ। ਪਰ ਜੇ ਕਿਸੇ ਐਕਸਪਰਟ ਦੀ ਸਹਾਇਤਾ ਲੈਣੀ ਵੀ ਹੈ ਤਾਂ ਤੁਸੀਂ ਨੇੜੇ ਤੇੜੇ ਉਹ ਬੰਦਾ ਦੇਖੋ ਜਿਹਦਾ ਟਰੈਕ ਰਿਕਾਰਡ ਕਾਫੀ ਅੱਛਾ ਹੋਵੇ। ਜੀ ਬਿਲਕੁਲ ਬਿਲਕੁਲ, ਸਹੂਲਤ ਲਈ ਐਕਸਪਰਟ ਲਿਆਉਣਾ, ਸਿਰਦਰਦੀ ਲਈ ਨਹੀਂ। ਮਿੰਟੂ ਜੀ, ਇਹ ਦੱਸਿਓ, ਯੂਟਿਊਬਰ ਇੱਕ ਬੜਾ ਪਪੂਲਰ ਹੈ ਮਨੀਸ਼ ਕਸ਼ਯਪ, ਉਹਦੇ ਖਿਲਾਫ NSA ਦਾ ਮਾਮਲਾ, NSA ਤਹਿਤ ਮਾਮਲਾ ਦਰਜ ਕੀਤਾ ਗਿਆ ਤੇ ਫੇਕ ਨਿਊਜ਼ ਨਾਲ ਸੰਬੰਧਿਤ ਇਹ ਗੱਲ ਜੁੜਦੀ ਹੈ। ਕੀ ਕਹਾਣੀ ਹੈ ਪੂਰੀ? ਦੇਖੋ, ਅਸਲ ਦੇ ਵਿੱਚ ਮਨੀਸ਼ ਕਸ਼ਯਪ ਹੈ ਜਿਹੜਾ, ਵੈਸੇ ਪੜ੍ਹਿਆ ਲਿਖਿਆ ਹੈ, ਬਹੁਤ ਜ਼ਿਆਦਾ ਬਲੌਗਰ, ਬਹੁਤ ਤਗੜਾ ਹੈ, ਬਹੁਤ ਸਾਰੇ ਫੋਲੋਅਰ ਹੈ ਜੀ। ਬੜੇ ਛੇਤੀ ਸਮੇਂ ਦੇ ਵਿੱਚ ਨਾ ਇਹ ਪਪੂਲਰ ਹੋਇਆ। ਪਰ ਉਸ ਤੋਂ ਇਲਾਵਾ ਇਸ ਦੇ ਜਿਹੜੇ ਵਿਵਾਦ ਸੀ ਉਹ ਹਮੇਸ਼ਾ ਨਾਲ ਹੀ ਤੁਰੇ ਗਏ, ਇਹਦੇ ਰੌਲੇ ਰੱਪੇ ਨਾਲ ਹੀ ਤੁਰਦੇ ਗਏ। ਕਮਾਈ ਚੰਗੀ ਕੀਤੀ ਇਸ ਮੁੰਡੇ ਨੇ, ਨਾਂ ਚੰਗਾ ਬਣਾਇਆ, ਪਰ ਇਹ ਫਸ ਗਿਆ ਫੇਕ ਨਿਊਜ਼। ਉਹ ਜਿਹੜਾ ਤੁਹਾਨੂੰ ਪਤਾ ਦੱਖਣ ਦੇ ਵਿੱਚ ਰੌਲਾ ਪਿਆ ਸੀਗਾ ਕਿ ਬਿਹਾਰੀ ਪ੍ਰਵਾਸੀ ਮਜ਼ਦੂਰਾਂ ਦਾ ਬਈ ਉੱਥੇ ਬਹੁਤ ਵੱਢ ਟੁੱਕ ਵਡਾਂਗਾ ਹੋਣ ਡਿਆ ਹੈ ਜੀ। ਇਹਨੇ ਵੀ ਕੋਈ ਇਸ ਤਰ੍ਹਾਂ ਦੀ ਵੀਡੀਓ ਕੀਤੀ ਸੀਗੀ ਜਿਹਦੇ ਵਿੱਚ ਕੁਝ ਫਰਜ਼ੀ ਜਿਹੜੇ ਕਹਿ ਲਓ ਕਿ ਉਹ ਤੱਥ ਪੇਸ਼ ਕੀਤੇ ਗਏ ਸਨ। ਉੱਥੋਂ ਬਾਅਦ ਇਹ ਫਸ ਗਿਆ। ਪਹਿਲਾਂ ਬਿਹਾਰ ਵਾਲਿਆਂ ਨੇ ਚੱਕਿਆ, ਉਹਨਾਂ ਨੇ ਚੰਗਾ ਇਹਨੂੰ ਘੜੀਸਿਆ। ਉਸ ਤੋਂ ਬਾਅਦ ਇਹਨੂੰ ਫਿਰ ਲੈ ਗਈ ਤਾਮਿਲਨਾਡੂ ਦੀ ਪੁਲਿਸ। ਤਾਂ ਹੁਣ ਉਹਨਾਂ ਨੇ ਦੱਸਿਆ ਕਿ ਇਹਦੇ ਤੇ NSA ਜਿਹੜਾ ਹੈ ਉਹ ਲਾ ਦਿੱਤਾ ਗਿਆ। ਵੈਸੇ NSA ਤੇ ਅੱਜ ਕੱਲ੍ਹ ਆਮ ਹੀ ਹੋਇਆ ਪਿਆ ਨਾ, ਤੁਹਾਨੂੰ ਪਤਾ ਹੈ, ਜਿਵੇਂ ਗਰਮੀਆਂ ਦੇ ਵਿੱਚ ਕੁਲਫੀਆਂ ਦੀਆਂ ਰੇਹੜੀਆਂ ਆਮ ਹੀ ਮਿਲਦੀਆਂ ਨੇ, NSA ਵੀ ਤੜਾ ਤੜ ਤੁਹਾਨੂੰ ਲੱਗਿਆ ਮਿਲੇਗਾ। ਖੈਰ, ਇਹ ਕਸੂਤਾ ਫਸ ਗਿਆ। ਸੁਪਰੀਮ ਕੋਰਟ 'ਚ ਹੁਣ ਇਹਨੇ ਅਰਜ਼ੀ ਫਾਈਲ ਕੀਤੀ ਹੈ ਕਿ ਘੱਟੋ ਘੱਟ ਇੰਨੀ ਰਿਆਇਤ ਜ਼ਰੂਰ ਕਰੋ ਕਿ ਜਿਹੜੀਆਂ FIRs ਮੇਰੀਆਂ ਵੱਖ-ਵੱਖ ਨੇ, ਅਲੱਗ-ਅਲੱਗ ਸੂਬਿਆਂ 'ਚ ਨੇ, ਇਹ ਇਕੱਠੀਆਂ ਕਰ ਦਿੱਤੀਆਂ ਜਾਣ। ਮਤਲਬ ਕਿ ਇੱਕ FIR ਦੇ ਵਿੱਚ ਹੀ ਸਾਰਾ ਮਾਮਲਾ ਨਿਬੜ ਜਾਵੇ, ਕਿਉਂਕਿ ਗਾਂ ਫਿਰ ਜ਼ਮਾਨਤ ਲੈਣ ਦੇ ਵਿੱਚ ਇਹਨੂੰ ਬੜੀ ਦਿੱਕਤ ਦਰਪੇਸ਼ ਆਏਗੀ ਜੀ। ਤੇ ਮਿੰਟੂ ਜੀ, ਇਹ ਦੱਸਿਓ ਵੀ ਪੰਜਾਬ ਪੁਲਿਸ ਦੇ ਇੱਕ ਹੋਰ ਜਵਾਨ ਨੇ ਖੁਦਕੁਸ਼ੀ ਕੀਤੀ ਆ, ਇਹਦੇ ਬਾਰੇ ਕੁਝ ਹੋਰ ਵੇਰਵੇ ਸਾਹਮਣੇ ਆਏ? ਕੀ ਹਾਲਾਤ ਸੀ, ਕੀ ਸਥਿਤੀ ਬਣੀ ਜਿਹਦੇ ਕਰਕੇ ਇਹ ਜਵਾਨ ਇਹ ਕਦਮ ਚੁੱਕਣ ਤੇ ਮਜਬੂਰ ਹੋ ਗਿਆ?
ਦੇਖੋ ਇਹ ਜਿਹੜਾ ਜਵਾਨ ਸੀਗਾ ਪੰਜਾਬ ਪੁਲਿਸ ਦੇ ਆਈਜੀ ਰਾਕੇਸ਼ ਅਗਰਵਾਲ ਦੇ ਚੰਡੀਗੜ੍ਹ ਸਥਿਤ ਰਹਾਇਸ਼ੀ ਟਿਕਾਣੇ ਤੇ ਤਾਇਨਾਤ ਸੀਗਾ। ਇਹਨੇ ਖੁਦਕੁਸ਼ੀ ਉਸ ਵੇਲੇ ਕੀਤੀ ਜਦੋਂ ਇਹਦੇ ਘਰ ਦੇ ਵਿੱਚ ਧਾਰਮਿਕ ਸਮਾਗਮ ਚੱਲ ਰਿਹਾ ਸੀਗਾ। ਮਤਲਬ ਕਿ ਉੱਥੇ ਦੇਖ ਲਓ ਦੁਆਵਾਂ ਹੋ ਰਹੀਆਂ ਹੋਣਗੀਆਂ ਸੁੱਖ ਸ਼ਾਂਤੀ ਵਾਸਤੇ, ਕਿ ਟੱਬਰ ਦੇ ਜੀ ਜਿਹੜੇ ਆ ਸੁਖੀ ਸਾਂਦੀ ਹੱਸਦੇ ਵਸਦੇ ਰਹਿਣ। ਤਾਂ ਇਹਨੇ ਉਸ ਵੇਲੇ ਆਤਮ ਹੱਤਿਆ ਕਰ ਲਈ। ਹਾਲਾਂਕਿ ਪਰਿਵਾਰ ਮੰਨਣ ਨੂੰ ਤਿਆਰ ਨਹੀਂ, ਕਹਿੰਦੇ ਕਿ ਇਹ ਤਾਂ ਖੁਦ ਮੋਟੀਵੇਟਰ ਸੀਗਾ, ਚਲਦੀ ਫਿਰਦੀ ਮੋਟੀਵੇਸ਼ਨ ਸੀਗਾ। ਤਾਂ ਇਹ ਐਸਾ ਨਹੀਂ ਕਰ ਸਕਦਾ। ਪਰ ਜਿਸ ਹਾਲਤ ਦੇ ਵਿੱਚ ਮੌਤ ਹੋਈ ਹੈ, ਖੁਦਕੁਸ਼ੀ ਦਾ ਅੰਦਾਜ਼ਾ ਲੱਗ ਰਿਹਾ। ਹਾਲਾਂਕਿ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ। ਤਾਂ ਇਹ ਗੱਲ ਵਾਰ-ਵਾਰ ਅਸੀਂ ਚੁੱਕਦੇ ਹਾਂ ਕਿ ਦੇਖੋ ਪੁਲਿਸ ਵਾਲੇ ਮਰ ਰਹੇ ਨੇ। ਇਹ ਕੀ ਕਰਦੇ ਆ ਕਿ ਜਿਹੜੇ ਖੁਦਕੁਸ਼ੀ ਕਰਦੇ ਨੇ ਉਹਨਾਂ ਨੂੰ ਕਹਿ ਦਿੰਦੇ ਵਿਜੇ ਜੀ ਕਿ ਅਸਲਾ ਸਾਫ਼ ਕਰਦੇ ਆ ਪੁਲਿਸ ਕਰਮਚਾਰੀ ਕੋਲ ਗੋਲੀ ਚੱਲੀ ਤੇ ਉਹ ਮਰ ਗਿਆ। ਅਸਲੀਅਤ ਇਹ ਆ ਕਿ ਉਹਦੇ ਪਿੱਛੇ ਕਾਰਨ ਚਾਹੇ ਕੋਈ ਵੀ ਹੋਵੇ, ਕਈ ਵਾਰ ਮਾਜ਼ਰਾ ਖੁਦਕੁਸ਼ੀ ਦਾ ਹੁੰਦਾ। ਤਾਂ ਜਦੋਂ ਇਹ ਖੁਦਕੁਸ਼ੀ ਲਿਖਦੇ ਆ ਪੁਲਿਸ ਐਕਟ ਦੇ ਮੁਤਾਬਕ ਜਿਹੜੇ ਬੈਨੀਫਿਟਸ ਮਿਲਦੇ ਨੇ ਕਈ ਵਾਰ ਉਹ ਦਿੱਕਤ ਆ ਜਾਂਦੀ ਹੈ। ਸੋ ਇਸ ਕਰਕੇ ਉਹ ਲਿਖ ਦਿੰਦੇ। ਨਹੀਂ ਤਾਂ ਤੁਸੀਂ ਸੋਚੋ ਪੁਲਿਸ ਫੋਰਸ ਦੇ ਵਿੱਚ ਕੋਈ ਪ੍ਰੋਫੈਸ਼ਨਲ ਬੰਦਾ ਜਿਹਦੀ ਟ੍ਰੇਨਿੰਗ ਹੀ ਹਥਿਆਰਾਂ ਤੋਂ ਸ਼ੁਰੂ ਹੋਈ ਹੈ, ਉਹ ਬੰਦਾ ਸਾਰੀ ਜ਼ਿੰਦਗੀ ਦੇ ਕੈਰੀਅਰ 'ਚ ਉਹ ਇੱਕ ਅਸਲਾ ਸਾਫ਼ ਕਰਨਾ ਨਾ ਸਿੱਖੇਗਾ ਜੀ। ਤਾਂ ਇਸ ਕਰਕੇ ਇਹ ਬਹੁਤ ਸਾਰੀਆਂ ਮੌਤਾਂ ਨੇ। ਸਾਡਾ ਅੰਦਾਜ਼ਾ ਹੈ ਕਿ ਪਿਛਲੇ ਸਾਲ ਤੇ ਹੁਣ ਤੱਕ ਇਹ ਮਾਮਲੇ ਤੁਸੀਂ ਗਿਣ ਲਓਗੇ ਜਿਨ੍ਹਾਂ ਨੂੰ ਵਿੱਚ ਇਹ ਕਿਹਾ ਗਿਆ ਕਿ ਅਸਲਾ ਸਾਫ਼ ਕਰਦੇ ਆ, ਫਲਾਂ ਹੋ ਗਿਆ, ਟਮਕਾ ਹੋ ਗਿਆ। ਇੱਕ ਤੇ ਵੀਡੀਓ ਪਿਛਲੇ ਵਾਰੀ ਥਾਣੇਦਾਰ ਬਣਾ ਕੇ ਮਰਿਆ ਸੀ ਖੁਦ, ਥਾਣੇਦਾਰ ਦਾ ਹੀ ਨਾਂ ਲਾ ਕੇ ਜੀ, ਉਹਨੂੰ ਵੀ ਇਹਨਾਂ ਨੇ ਖੁਦਕੁਸ਼ੀ ਚ ਪਾ ਦਿੱਤਾ ਸੀਗਾ। ਸੋ ਇਹ ਤਕਰੀਬਨ 50 ਤੋਂ 60 ਮਾਮਲੇ ਬਣਨਗੇ ਇਹ ਸਾਲ ਡੇਢ ਸਾਲ ਦੇ। ਸੋ ਇਹ ਬਹੁਤ ਭਿਆਨਕ ਤਰਾਸਦੀ ਹੈ ਕਿਉਂਕਿ ਇਹਨਾਂ ਦਾ ਵਰਕਲੋਡ ਵੀ ਜ਼ਿਆਦਾ ਹੈ, ਇਹਨਾਂ ਦੇ ਅਫਸਰਾਂ ਦੇ ਵਤੀਰੇ ਵੀ ਕੁਝ ਵੱਖਰੀ ਕਿਸਮ ਦੇ ਹੁੰਦੇ ਆ। ਤਾਂ ਕਰਕੇ ਖੁਦਕੁਸ਼ੀਆਂ ਵੱਧ ਰਹੀਆਂ ਨੇ, ਪਰੰਤੂ ਇਹਨਾਂ ਦੀ ਅਫਸਰਸ਼ਾਹੀ ਕਦੇ ਰਿਫਾਰਮਸ ਬਾਰੇ ਜਾਂ ਇਹਨਾਂ ਚੀਜ਼ਾਂ ਬਾਰੇ ਕਦੇ ਗੱਲ ਹੀ ਨਹੀਂ ਕਰਦੇ ਜੀ। ਤੇ ਮਿੰਟੂ ਜੀ ਅੱਜ ਦੀ ਖੁਸ਼ਨੁਮਾ ਖਬਰ ਕੀ ਹੈ ਜੀ? ਜੀ ਖੁਸ਼ਨੁਮਾ ਖਬਰ ਕ੍ਰਿਕਟ ਤੋਂ। ਫਾਜ਼ਿਲਕਾ ਦੇ ਆ ਤਨੇਜਾ ਸਾਹਿਬ ਅੱਜ ਕੱਲ ਪੰਜਾਬੀ ਕਮੈਂਟਰੀ ਕਰਦੇ ਆ ਤੇ ਉਹ ਪਤਾ ਕੀ ਕਹਿੰਦੇ ਆ, ਉਹ ਡੰਡੇ ਲਾਤੇ ਝੰਡੇ ਚਲਾਤੇ ਜਦੋਂ ਬੋਲਦੇ ਆ ਤਾਂ ਕਿਆ ਬਾਤ। ਵੈਸੇ ਵੀ ਫਾਜ਼ਿਲਕਾ ਦੀ, ਜਲਾਲਾਬਾਦ ਦੀ, ਫਿਰੋਜ਼ਪੁਰ ਦੀ ਬੋਲੀ ਆਹਾ ਜੀ। ਉਹ ਕਿਸੇ ਨੇ ਨੋ ਬਾਲ ਕਰ ਦਿੱਤੀ। ਉਹ ਕਹਿੰਦਾ ਕਾਕਾ ਪੈਰ ਕੰਟਰੋਲ ਚ ਕਰ ਪੁੱਤਰ, ਪੈਰ ਕੰਟਰੋਲ ਚ ਕਰ, ਪੈਰ ਗਾਂ ਨੂੰ ਚਲਾ ਗਿਆ ਨਾ। ਬਹੁਤ ਵਧੀਆ। ਤੇ ਮੈਂ ਅਪੀਲ ਵੀ ਕਰਦਾ ਕਿ ਦੇਖੋ ਉਹ ਜਿਹੜੀ ਇਹਨਾਂ ਦੀ ਐਪ ਹੈ ਜੀਓ ਵਾਲਿਆਂ ਦੀ, ਉਹਦੇ ਤੇ ਲਾਈਵ ਟੈਲੀਕਾਸਟ ਹੁੰਦਾ, ਫ੍ਰੀ ਆਫ ਕਾਸਟ ਚੱਲ ਰਹੀ ਹੈ ਉਹ ਅੱਜ ਕੱਲ। ਤਾਂ ਉਹਦੇ ਵਿੱਚ ਕੀ ਹੈ ਕਿ ਸਕੋਰ ਬੋਰਡ ਵੀ ਪੰਜਾਬੀ ਚ ਤੁਹਾਨੂੰ ਉਹ ਆਪਸ਼ਨ ਹੈਗਾ। ਉਹ ਜਿੰਨਾ ਜ਼ਿਆਦਾ ਤੁਸੀਂ ਯੂਜ਼ ਕਰੋਗੇ ਸਾਡੀ ਪੰਜਾਬੀ ਉਨੀ ਪ੍ਰਫੁੱਲਤ ਹੋਏਗੀ, ਤਾਂ ਕਿ ਉਹ ਜਿਹੜੇ ਗਾਂ ਵੀ ਕੰਪਨੀਆਂ ਵਾਲੇ ਆ ਉਹ ਸਾਡੀ ਮਾਂ ਬੋਲੀ ਨੂੰ ਤਵੱਜੋ ਦੇਣੀ ਸਟਾਰਟ ਕਰਨਗੇ। ਸੋ ਗਾਹਕ ਦੇ ਹਿਸਾਬ ਦੇ ਨਾਲ ਹੀ ਤੁਹਾਨੂੰ ਪਤਾ ਨਾ ਕਿ ਅੱਜ ਕੱਲ ਦੁਕਾਨਦਾਰ ਸੌਦਾ ਪਾਉਂਦਾ ਹੈ। ਬਿਲਕੁਲ ਹਾਂ, ਕਿਉਂਕਿ ਡੇਟਾ ਤੇ ਸਾਰਾ ਉਹਨਾਂ ਕੋਲ ਪਿੱਛੇ ਕਲੈਕਟ ਹੋ ਹੀ ਰਿਹਾ ਵੀ ਵਿਊਅਰਸ਼ਿਪ ਕਿੰਨੀ ਆ ਤੇ ਕਿਹੜੀ ਆਪਸ਼ਨਸ ਨੂੰ ਸਿਲੈਕਟ ਕੀਤਾ ਜਾ ਰਿਹਾ। ਪਰ ਐਤਕੀ ਇਹ ਮਿੰਟੂ ਜੀ ਜਿਹੜਾ IPL ਹੁਣ ਖੇਡਿਆ ਜਾ ਰਿਹਾ ਇਹ ਇਸੇ ਸਾਲ ਹੋ ਰਿਹਾ ਵੀ ਵੱਖੋ ਵੱਖਰੀਆਂ ਭਾਸ਼ਾਵਾਂ ਦੇ ਵਿੱਚ ਵੀ ਕਮੈਂਟਰੀ ਕੀਤੀ ਜਾ ਰਹੀ ਹੈ। ਪੰਜਾਬੀ 'ਚ ਭੋਜਪੁਰੀ ਦੀ ਕਮੈਂਟਰੀ ਵਾਲਾ ਵੀ ਚੱਲਦਾ ਇੱਕ ਮੋਡਿਊਲ ਜਿਹਾ। ਸੋ ਇਹ ਐਤਕੀ ਪਹਿਲੀ ਵਾਰ ਹੋ ਰਿਹਾ ਜੀ? ਅਜੀ ਹਾਂ ਬਿਲਕੁਲ। ਐਸ ਵਿਆਪਕ ਪੱਧਰ ਤੇ ਜੇ ਦੇਖੀਏ ਤਾਂ ਪਹਿਲੀ ਵਾਰੀ ਹੈ। ਵੈਸੇ ਅੱਗੇ ਜਿਹੜੀਆਂ ਭਾਸ਼ਾਵਾਂ ਜ਼ਿਆਦਾ ਨੇ ਉਹਨਾਂ ਦੇ ਵਿੱਚ ਹੁੰਦੀ ਹੈ ਕਮੈਂਟਰੀ, ਕਿਉਂਕਿ ਤੁਸੀਂ ਦੇਖੋਗੇ ਸਟਾਰ ਜਿਹੜਾ ਨੈਟਵਰਕ ਆ ਜਿਹਦੇ ਕੋਲ ਸਾਰੇ ਰਾਈਟਸ ਸੀਗੇ ਅੱਗੇ, ਤਾਂ ਉਹ ਇਸ ਤਰ੍ਹਾਂ ਦਿੰਦਾ ਸੀਗਾ। ਪਰ ਉਹ ਜ਼ਿਆਦਾਤਰ ਤੁਸੀਂ ਦੇਖੋਗੇ ਤੇਲਗੂ ਵਗੈਰਾ ਭਾਸ਼ਾਵਾਂ ਜਿਹੜੀਆਂ ਨਾ ਉਹ ਜ਼ਿਆਦਾ ਆ ਜਾਂਦੀਆਂ ਨੇ। ਹੁਣ ਪੰਜਾਬੀ ਜੇ ਉਸ ਸੂਚੀ 'ਚ ਆ ਰਹੀ ਹੈ ਤਾਂ ਸਾਨੂੰ ਇਹਦੇ ਪ੍ਰਤੀ ਥੋੜਾ ਜਿਹਾ ਹੋਰ ਸੁਹਿਰਦਤਾ ਦੇ ਨਾਲ ਅੱਗੇ ਵਧਣਾ ਚਾਹੀਦਾ। ਅਸੀਂ ਵੀ ਆਪਣੀ ਪੰਜਾਬੀ ਨੂੰ ਮਹੱਤਤਾ ਦਈਏ ਤਾਂ ਮੇਰੇ ਖਿਆਲ ਦੇ ਨਾਲ ਅਸੀਂ ਆਸਾਨ ਨਹੀਂ ਕਰਾਂਗੇ ਪੰਜਾਬੀ ਤੇ, ਬਲਕਿ ਜੋ ਪੰਜਾਬੀ ਦਾ ਆਸਾਨ ਹੈ ਸਾਡੇ ਸਿਰ ਅਸੀਂ ਉਹਦਾ ਥੋੜਾ ਬਹੁਤਾ ਏਵੈਕ ਕਰਾਂਗੇ। ਪਲੱਸ ਦੂਜੀ ਗੱਲ ਇਹ ਹੈ ਜੀ ਕਿ ਜਿਵੇਂ ਤੁਸੀਂ ਦੱਸਿਆ ਵੀ ਕਮੈਂਟਰੀ ਹੈ ਇੰਨੀ ਵਧੀਆ, ਤੁਹਾਡਾ ਜਿਹੜਾ ਗੇਮ ਨੂੰ ਵੇਖਣ ਦਾ ਐਕਸਪੀਰੀਅੰਸ ਆ ਉਹ ਹੋਰ ਬਿਹਤਰ ਹੋ ਜਾਂਦਾ ਕਿਉਂਕਿ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਤਸ਼ਬੀਹਾਂ ਨੇ, ਇਸ ਤਰ੍ਹਾਂ ਦੀ ਕੋਈ ਸ਼ਬਦਾਵਲੀ ਆ ਜਿਹੜੀ ਕਿਸੇ ਦੀ ਠਾਹ ਕਰਕੇ ਲੱਗਦੀ ਆ ਵੀ ਉਹੀ ਵੀ ਕਾਕਾ ਪੈਰ ਸੰਭਾਲ ਕੇ ਜਰਾ, ਹੈ ਨਾ। ਸੋ ਹਾਂ ਬਿਲਕੁਲ। ਉਹ ਜਿਵੇਂ ਕਿਸੇ ਨੂੰ ਆਊਟ ਕਰ ਦਿੱਤਾ ਤੇ ਉਹ ਕਹਿੰਦਾ ਉਹ ਕੱਢ ਦਿੱਤਾ ਇਹਨੂੰ ਤੇ ਗਰਾਊਂਡ 'ਚ ਜਿਵੇਂ ਦੁੱਧ 'ਚੋਂ ਮੱਖੀ ਕੱਢੀ ਦੀ ਹੈ। ਹਾਂ ਐਗਜ਼ੈਕਟਲੀ, ਯਾ